ਇੱਕ ਦਿਨ ਮੇਰਾ ਦਿਓਰ ਘਬਰਾਉਂਦਾ ਹੋਇਆ ਘਰ ਆਇਆ ਤੇ ਕਹਿਣ ਲੱਗਿਆ ਕਿ ਭਾਬੀ ਮੈਨੂੰ ਆਪਣੇ ਕਮਰੇ ਵਿੱਚ ਛੁਪਾ ਲਵੋ। ਉਹ ਮੇਰੇ ਕਮਰੇ ਵਿੱਚ ਲੁਕ ਗਿਆ। ਮੈਂ ਰਸੋਈ ਵਿੱਚ ਕੰਮ ਕਰਨ ਲੱਗੀ ਤੇ ਫਿਰ ਪਿੱਛੇ ਪਿੱਛੇ ਮੇਰਾ ਪਤੀ ਵੀ ਆ ਗਿਆ ਤੇ ਕਮਰੇ ਵਿੱਚ ਲੱਭਦੇ ਹੋਏ ਉਸ ਨੂੰ ਬਾਹਰ ਲੈ ਆਇਆ। ਫਿਰ ਦਿਓਰ ਨੇ ਉਸ ਨੂੰ ਮੇਰੇ ਤੇ ਆਪਣੇ ਬਾਰੇ ਜੋ ਦੱਸਿਆ ਉਸ ਨੂੰ ਸੁਣ ਕੇ ਮੇਰੇ ਹੋਸ਼ ਉੱਡ ਗਏ। ਮੇਰੇ ਦਿਓਰ ਨੂੰ ਵਿਆਹ ਦਾ ਬਹੁਤ ਸ਼ੌਂਕ ਸੀ। ਜਦ ਮੇਰਾ ਵਿਆਹ ਹੋਇਆ ਤਾਂ ਉਹ ਮੈਨੂੰ ਕਹਿਣ ਲੱਗਿਆ ਕਿ ਭਾਬੀ ਮੇਰਾ ਵੀ ਵਿਆਹ ਕਰਵਾ ਦਿਓ। ਮੈਂ ਉਸ ਨੂੰ ਪੁੱਛਿਆ ਕਿ ਤੈਨੂੰ ਕਿਹੋ ਜਿਹੀ ਲੜਕੀ ਚਾਹੀਦੀ ਹੈ, ਤਾਂ ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਮੈਨੂੰ ਦੇਖਣ ਲੱਗਿਆ ਤੇ ਫਿਰ ਮੁਸਕਰਾਉਂਦੇ ਹੋਏ ਮੇਰੇ ਕਮਰੇ ਵਿੱਚੋਂ ਬਾਹਰ ਨਿਕਲ ਗਿਆ। ਮੈਂ ਦਿਓਰ ਦੀਆਂ ਨਜ਼ਰਾਂ ਨੂੰ ਦੇਖ ਕੇ ਪਰੇਸ਼ਾਨ ਜਿਹੀ ਹੋ ਗਈ ਸੀ। ਮੇਰਾ ਪਤੀ ਵੀ ਕਮਰੇ ਵਿੱਚ ਮੌਜੂਦ ਸੀ। ਮੈਂ ਇਹੀ ਸੋਚ ਰਹੀ ਸੀ ਕਿ ਉਸ ਨੇ ਮੈਨੂੰ ਇਸ ਤਰ੍ਹਾਂ ਕਿਉਂ ਦੇਖਿਆ। ਮੈਨੂੰ ਇੱਕ ਝਟਕਾ ਜਿਹਾ ਲੱਗਿਆ, ਪਰ ਉਸ ਤੋਂ ਬਾਅਦ ਤਾਂ ਜਿਵੇਂ ਮੇਰੇ ਦਿਓਰ ਨੇ ਇਹ ਗੱਲ ਫੜ ਹੀ ਲਈ ਸੀ। ਵਾਰ-ਵਾਰ ਮੈਨੂੰ ਇਹੀ ਕਹਿੰਦਾ ਕਿ ਮੇਰਾ ਵਿਆਹ ਕਰਵਾ ਦਿਓ। ਜਦ ਮੈਂ ਉਸ ਨੂੰ ਪੁੱਛਦੀ ਕਿ ਤੈਨੂੰ ਕੋਈ ਕੁੜੀ ਪਸੰਦ ਹੈ ਤਾਂ ਮੈਨੂੰ ਦੱਸ ਦੇ, ਉਹ ਮੁਸਕਰਾ ਕੇ ਮੈਨੂੰ ਬੜੇ ਗੌਰ ਨਾਲ ਦੇਖਦਾ ਤੇ ਫਿਰ ਅਜੀਬ ਜਿਹਾ ਇਸ਼ਾਰਾ ਕਰਕੇ ਬਾਹਰ ਚਲਾ ਜਾਂਦਾ। ਉਸ ਨੂੰ ਤਾਂ ਇਹ ਵੀ ਧਿਆਨ ਨਹੀਂ ਸੀ ਕਿ ਮੇਰਾ ਪਤੀ ਉਸ ਨੂੰ ਦੇਖ ਰਿਹਾ ਹੈ। ਮੈਂ ਤਾਂ ਉਸ ਦੀ ਅਜਿਹੀ ਹਰਕਤਾਂ ਤੋਂ ਹੁਣ ਉਸ ਤੋਂ ਕਤਰਾਉਣ ਤੇ ਘਬਰਾਉਣ ਲੱਗੀ ਸੀ। ਇੱਕ ਵਾਰ ਮੇਰੀ ਸੱਸ ਤੇ ਦਿਓਰ ਬੈਠੇ ਚਾਹ ਪੀ ਰਹੇ ਸਨ ਤਾਂ ਮੈਂ ਵੀ ਆਪਣਾ ਚਾਹ ਵਾਲਾ ਕੱਪ ਲੈ ਕੇ ਆਪਣੀ ਸੱਸ ਕੋਲ ਬੈਠ ਗਈ। ਮੇਰਾ ਪਤੀ ਵੀ ਉੱਥੇ ਹੀ ਬੈਠਾ ਚਾਹ ਪੀ ਰਿਹਾ ਸੀ ਤੇ ਨਾਲ ਹੀ ਮੋਬਾਈਲ ਚੈਟ 'ਤੇ ਬਿਜੀ ਸੀ। ਮੇਰੀ ਸੱਸ ਦੱਸਣ ਲੱਗੀ ਕਿ ਸਾਡੇ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਕੁੜੀ ਸੀ ਜਿਸ ਨਾਲ ਕਿ ਮੇਰੇ ਪਤੀ ਦਾ ਰਿਸ਼ਤਾ ਤੈਅ ਹੋਇਆ ਸੀ। ਫਿਰ ਉਸ ਕੁੜੀ ਨੂੰ ਡੇਂਗੂ ਹੋ ਗਿਆ ਤੇ ਉਸ ਦਾ ਡੇਂਗੂ ਅਜਿਹਾ ਵਿਗੜਿਆ ਕਿ ਉਸ ਨੂੰ ਆਪਣੀ ਜਾਨ ਤੋਂ ਹੀ ਹੱਥ ਧੋਣਾ ਪਿਆ। ਫਿਰ ਮੇਰੀ ਸੱਸ ਕਹਿਣ ਲੱਗੀ ਕਿ ਜੇ ਉਹ ਜਿੰਦਾ ਹੁੰਦੀ ਤਾਂ ਅੱਜ ਰਾਹੁਲ ਦੀ ਪਤਨੀ ਤੂੰ ਨਾ ਹੁੰਦੀ। ਅਜੇ ਮੇਰੀ ਸੱਸ ਗੱਲ ਕਰ ਹੀ ਰਹੀ ਸੀ ਕਿ ਮੇਰੇ ਦਿਓਰ ਨੇ ਕਿਹਾ ਕਿ ਹਾਂ ਫਿਰ ਮੇਰੀ ਹੁੰਦੀ। ਮੇਰੀ ਸੱਸ ਨੇ ਉਸ ਦੀ ਪਿੱਠ ਤੇ ਥਪਕੀ ਲਗਾਈ ਤੇ ਕਹਿਣ ਲੱਗੀ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਅਜਿਹੀ ਗੱਲ ਕਰਦੇ ਨੂੰ, ਉਹ ਤੇਰੀ ਭਾਬੀ ਹੈ। ਉਹ ਕਹਿਣ ਲੱਗਿਆ ਕਿ ਹਾਂ ਹੁਣ ਤਾਂ ਭਾਬੀ ਹੈ, ਪਰ ਜੇ ਉਸ ਕੁੜੀ ਦਾ ਵਿਆਹ ਭਰਾ ਨਾਲ ਹੋ ਜਾਂਦਾ ਤਾਂ ਇਹਨਾਂ ਨੂੰ ਤਾਂ ਮੇਰੇ ਲਈ ਹੀ ਪਸੰਦ ਕਰਦੇ ਨਾ। ਮੇਰੇ ਦਿਓਰ ਦੀ ਇਹ ਗੱਲ ਮੈਨੂੰ ਬਹੁਤ ਬੁਰੀ ਲੱਗੀ ਸੀ। ਮੇਰੀ ਸੱਸ ਨੇ ਤਾਂ ਇਸ ਗੱਲ ਨੂੰ ਹੱਸ ਕੇ ਟਾਲ ਦਿੱਤਾ ਸੀ, ਪਰ ਮੈਂ ਉੱਥੋਂ ਉੱਠ ਕੇ ਰਸੋਈ ਵਿੱਚ ਚਲੇ ਗਈ। ਮੇਰਾ ਪਤੀ ਵੀ ਚੁੱਪਚਾਪ ਬੈਠਾ ਚਾਹ ਪੀ ਰਿਹਾ ਸੀ। ਉਸ ਦੇ ਬਾਅਦ ਤਾਂ ਜਿਵੇਂ ਮੇਰੇ ਦਿਓਰ ਨੂੰ ਛੂਟ ਮਿਲ ਗਈ ਸੀ। ਕਦੇ ਉਹ ਮੈਨੂੰ ਕਹਿੰਦਾ ਕਿ ਲਾਲ ਰੰਗ ਵਿੱਚ ਤੁਸੀਂ ਬਹੁਤ ਪਿਆਰੇ ਲੱਗਦੇ ਹੋ, ਤੁਸੀਂ ਲਾਲ ਰੰਗ ਹੀ ਪਹਿਨ ਲਿਆ ਕਰੋ। ਮੈਂ ਉਸ ਨੂੰ ਗੁੱਸੇ ਨਾਲ ਘੂਰਦੀ ਕਿ ਸ਼ਾਇਦ ਉਹ ਮੇਰੇ ਗੁੱਸੇ ਨੂੰ ਦੇਖ ਕੇ ਹੀ ਪਿੱਛੇ ਹਟ ਜਾਵੇ, ਪਰ ਉਹ ਬਹੁਤ ਹੀ ਢੀਠ ਕਿਸਮ ਦਾ ਇਨਸਾਨ ਸੀ, ਜਦਕਿ ਮੇਰਾ ਪਤੀ ਬਹੁਤ ਹੀ ਸਾਦੇ ਮਿਜਾਜ ਦਾ ਸੀ। ਮੇਰੇ ਪਤੀ ਬਹੁਤ ਹੀ ਚੰਗੀ ਆਦਤ ਦੇ ਮਾਲਕ ਸਨ। ਉਹ ਕਾਰੋਬਾਰੀ ਦਿਮਾਗ ਦਾ ਸੀ, ਹਮੇਸ਼ਾ 2 ਤੇ 2 ਨੂੰ 4 ਬਣਾਉਣ ਦੇ ਚੱਕਰਾਂ ਵਿੱਚ ਲੱਗਿਆ ਰਹਿੰਦਾ ਸੀ। ਉਸ ਨੇ ਅੱਜ ਤੱਕ ਮੈਨੂੰ ਇਹ ਫਰਮਾਇਸ਼ ਨਹੀਂ ਕੀਤੀ ਸੀ ਕਿ ਤੂੰ ਇਹ ਪਹਿਨ ਕੇ ਚੰਗੀ ਲੱਗਦੀ ਐ। ਇੱਕ ਵਾਰ ਮੈਂ ਉਸ ਨੂੰ ਪੁੱਛਿਆ ਕਿ ਮੈਂ ਕਿਹੋ ਜਿਹੀ ਲੱਗਦੀ ਹਾਂ ਤਾਂ ਉਹ ਮੈਨੂੰ ਬਸ ਦੇਖਦਾ ਰਿਹਾ ਤੇ ਕਿਹਾ ਕਿ ਠੀਕ ਹੀ ਲੱਗ ਰਹੀ ਐ। ਦੂਜੇ ਪਾਸੇ ਮੇਰਾ ਦਿਓਰ ਮੈਨੂੰ ਹਰ ਵਕਤ ਅਜੀਬ ਨਜ਼ਰਾਂ ਨਾਲ ਦੇਖਦਾ ਰਹਿੰਦਾ ਸੀ। ਇੱਕ ਵਾਰ ਤਾਂ ਉਸਨੇ ਹੱਦ ਹੀ ਪਾਰ ਕਰ ਦਿੱਤੀ। ਮੇਰੇ ਕਮਰੇ ਵਿੱਚ ਉਹ ਬਿਨਾਂ ਦਸਤਕ ਦਿੱਤੇ ਹੀ ਆ ਗਿਆ। ਮੈਂ ਉਸ ਵਕਤ ਤਿਆਰ ਹੋ ਰਹੀ ਸੀ। ਮੇਰਾ ਨਵਾਂ-ਨਵਾਂ ਵਿਆਹ ਹੋਇਆ ਸੀ, ਇਸੇ ਲਈ ਮੈਂ ਫੈਂਸੀ ਜੋੜਾ ਪਾਇਆ ਹੋਇਆ ਸੀ, ਮੇਕਅਪ ਕੀਤਾ ਤੇ ਵਾਲ ਵੀ ਖੁੱਲ੍ਹੇ ਛੱਡੇ ਹੋਏ ਸਨ। ਉਹ ਬਿਨਾਂ ਦਸਤਕ ਮੇਰੇ ਕਮਰੇ ਵਿੱਚ ਆ ਗਿਆ ਤੇ ਕੁਝ ਪਲ ਦਾ ਮੈਨੂੰ ਦੇਖਦਾ ਹੀ ਰਿਹਾ। ਉਸ ਦੇ ਇਸ ਤਰ੍ਹਾਂ ਕਮਰੇ ਵਿੱਚ ਆਉਣ ਨਾਲ ਮੈਂ ਘਬਰਾ ਗਈ ਸੀ। ਮੈਂ ਗੁੱਸੇ ਨਾਲ ਉਸ ਨੂੰ ਕਿਹਾ ਕਿ ਤੈਨੂੰ ਤਮੀਜ਼ ਨਹੀਂ ਕਿ ਕਿਸੇ ਦੇ ਕਮਰੇ ਵਿੱਚ ਆਉਣ ਤੋਂ ਪਹਿਲਾਂ ਇਜਾਜ਼ਤ ਲੈਣੀ ਚਾਹੀਦੀ ਹੈ, ਫਿਰ ਕਮਰੇ ਵਿੱਚ ਆਉਣਾ ਚਾਹੀਦਾ ਹੈ। ਇਹ ਕੀ ਕਿ ਮੂੰਹ ਚੁੱਕਿਆ ਕਮਰੇ ਵਿੱਚ ਆ ਗਏ। ਮੇਰੇ ਗੁੱਸੇ ਤੇ ਸ਼ਰਮਿੰਦਾ ਹੋਣ ਦੀ ਜਗ੍ਹਾ ਉਹ ਮੁਸਕਰਾ ਰਿਹਾ ਸੀ। ਕਹਿਣ ਲੱਗਿਆ ਕਿ ਆਪਣਿਆਂ ਤੋਂ ਕਮਰੇ ਵਿੱਚ ਆਉਣ ਲਈ ਇਜਾਜ਼ਤ ਨਹੀਂ ਲੈਂਦੇ, ਤੁਸੀਂ ਕਿਹੜਾ ਗੈਰ ਹੋ। ਇਹ ਕਹਿ ਕੇ ਉਹ ਮੇਰੇ ਬੈੱਡ 'ਤੇ ਬੈਠ ਗਿਆ। ਮੈਂ ਤਾਂ ਉਸ ਦੀ ਇਸ ਹਰਕਤ 'ਤੇ ਹੈਰਾਨ ਜਿਹੀ ਰਹਿ ਗਈ ਸੀ। ਮੈਂ ਉਸ ਨੂੰ ਕਿਹਾ ਕਿ ਤੈਨੂੰ ਕੋਈ ਕੰਮ ਸੀ। ਮੇਰਾ ਅੰਦਾਜ਼ਾ ਅਜੀਬ ਸੀ। ਉਸ ਨੇ ਕਿਹਾ ਕਿ ਹਾਂ ਬਹੁਤ ਜ਼ਰੂਰੀ ਕੰਮ ਹੈ, ਤੁਸੀਂ ਮੇਰੇ ਕੋਲ ਬੈੱਡ 'ਤੇ ਆ ਕੇ ਬੈਠੋ। ਪਰ ਮੈਨੂੰ ਇਹ ਗੱਲ ਠੀਕ ਨਹੀਂ ਲੱਗੀ ਸੀ ਕਿ ਇਕੱਲੇ ਕਮਰੇ ਵਿੱਚ ਦਿਓਰ ਦੇ ਨਾਲ ਬੈੱਡ 'ਤੇ ਬੈਠਾਂ। ਮੈਂ ਕਿਹਾ ਮੇਰੇ ਕੋਲ ਵਕਤ ਨਹੀਂ ਹੈ ਤੇਰੀਆਂ ਫਾਲਤੂ ਦੀਆਂ ਗੱਲਾਂ ਲਈ। ਮੈਨੂੰ ਪਤਾ ਹੈ ਕਿ ਤੂੰ ਬਸ ਇੱਧਰ ਉੱਧਰ ਦੀਆਂ ਗੱਲਾਂ ਕਰੇਂਗਾ। ਮੈਨੂੰ ਪਤਾ ਹੈ ਕਿ ਤੈਨੂੰ ਕੋਈ ਕੰਮ ਨਹੀਂ ਹੈ।
ਇਹ ਕਹਿ ਕੇ ਮੈਂ ਜਿਵੇਂ ਹੀ ਕਮਰੇ ਵਿੱਚੋਂ ਨਿਕਲੀ, ਮੈਂ ਆਪਣੇ ਪਤੀ ਨਾਲ ਬੁਰੀ ਤਰ੍ਹਾਂ ਟਕਰਾ ਗਈ ਸੀ। ਉਹ ਸ਼ਾਇਦ ਕਮਰੇ ਵਿੱਚ ਆ ਰਹੇ ਸਨ। ਮੇਰੇ ਟਕਰਾਅ 'ਤੇ ਉਹ ਕਹਿਣ ਲੱਗੇ ਕਿ ਕੀ ਹੋ ਗਿਆ, ਕਿਉਂ ਭੱਜੀ ਆ ਰਹੀ ਹੈ। ਜਿਵੇਂ ਹੀ ਉਹ ਅੰਦਰ ਆਏ ਤਾਂ ਦਿਓਰ ਨੂੰ ਕਮਰੇ ਵਿੱਚ ਦੇਖ ਕੇ ਕੁਝ ਪਲ ਉਹ ਸਾਨੂੰ ਦੋਨਾਂ ਨੂੰ ਦੇਖਦੇ ਰਹੇ। ਆਪਣੇ ਪਤੀ ਨੂੰ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖਦੇ ਹੋਏ ਦੇਖ ਕੇ ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ ਕਿ ਕਿਤੇ ਉਹ ਕੁਝ ਗਲਤ ਨਾ ਸਮਝ ਲੈਣ। ਫਿਰ ਉਹਨਾਂ ਨੇ ਬੜੇ ਸਖਤ ਲਹਿਜੇ ਨਾਲ ਦਿਓਰ ਨੂੰ ਕਿਹਾ ਕਿ ਤੂੰ ਇੱਥੇ ਕੀ ਕਰ ਰਿਹਾ ਏਂ। ਉਹ ਕਹਿਣ ਲੱਗਿਆ ਕਿ ਭਾਬੀ ਨਾਲ ਗੱਲਾਂ ਕਰ ਰਿਹਾ ਸੀ, ਉਹ ਵੀ ਪਿਛਲੇ 1 ਘੰਟੇ ਤੋਂ। ਆਓ ਨਾ ਭਾਈ, ਤੁਸੀਂ ਵੀ ਬੈਠੋ ਤੇ ਗੱਲਾਂ ਕਰਦੇ ਆਂ। ਬੜੀ ਹੀ ਚਲਾਕੀ ਨਾਲ ਉਸਨੇ ਝੂਠ ਬੋਲਿਆ ਸੀ। ਮੈਂ ਆਪਣੇ ਪਤੀ ਨੂੰ ਕਿਹਾ ਕਿ ਨਹੀਂ, ਇਹ ਝੂਠ ਬੋਲ ਰਿਹਾ ਹੈ, ਮੈਂ ਤਾਂ ਇਸ ਨਾਲ ਕੋਈ ਗੱਲਾਂ ਨਹੀਂ ਕਰ ਰਹੀ ਸੀ, ਇਹ ਤਾਂ ਹੁਣੇ ਆਇਆ ਹੈ। ਮੇਰੀ ਗੱਲ ਸੁਣ ਕੇ ਮੇਰਾ ਪਤੀ ਕਹਿਣ ਲੱਗਿਆ, ਜਾ ਕੇ ਖਾਣਾ ਬਣਾ, ਗੱਲਾਂ ਕਰਨ ਲਈ ਤੇਰੇ ਕੋਲ ਬਹੁਤ ਵੇਲ ਹੈ, ਥੋੜਾ ਕੰਮ ਵੱਲ ਵੀ ਧਿਆਨ ਦੇ ਲਿਆ ਕਰ। ਮੇਰੇ ਪਤੀ ਨੇ ਇਸ ਲਹਿਜੇ ਵਿੱਚ ਪਹਿਲੀ ਵਾਰ ਮੇਰੇ ਨਾਲ ਗੱਲ ਕੀਤੀ ਸੀ। ਮੈਨੂੰ ਆਪਣੇ ਦਿਓਰ 'ਤੇ ਬਹੁਤ ਗੁੱਸਾ ਆ ਰਿਹਾ ਸੀ ਕਿ ਉਸਨੇ ਝੂਠ ਕਿਉਂ ਬੋਲਿਆ। ਮੇਰੇ ਪਤੀ ਦਾ ਮੂਡ ਬਹੁਤ ਖਰਾਬ ਸੀ। ਜਦ ਰਾਤ ਨੂੰ ਮੈਂ ਸੌਣ ਲਈ ਕਮਰੇ ਵਿੱਚ ਆਈ ਤਾਂ ਉਹ ਕਹਿਣ ਲੱਗੇ ਕਿ ਮੈਨੂੰ ਅਜਿਹੀਆਂ ਔਰਤਾਂ ਬਿਲਕੁਲ ਵੀ ਪਸੰਦ ਨਹੀਂ ਜਿਹੜੀਆਂ ਆਪਣੇ ਦਿਓਰ ਨਾਲ ਘੰਟਾ ਗੱਲਾਂ ਕਰਦੀਆਂ ਹਨ। ਮੈਂ ਆਪਣੇ ਪਤੀ ਨੂੰ ਕਿਹਾ ਕਿ ਉਹ ਝੂਠ ਬੋਲ ਰਿਹਾ ਸੀ ਤਾਂ ਮੇਰਾ ਪਤੀ ਕਹਿਣ ਲੱਗਿਆ ਕਿ ਮੈਂ ਪਿਛਲੇ 20 ਮਿੰਟਾਂ ਤੋਂ ਘਰ ਆ ਗਿਆ ਸੀ ਤੇ ਤੂੰ 20 ਮਿੰਟਾਂ ਤੋਂ ਕਮਰੇ ਵਿੱਚ ਹੀ ਸੀ ਤੇ ਉਹ ਵੀ ਕਮਰੇ ਵਿੱਚ ਹੀ ਬੈਠਾ ਸੀ। ਮੈਨੂੰ ਬੇਵਕੂਫ ਨਾ ਸਮਝ। ਮੈਂ ਤਾਂ ਹੁਣ ਦਿਓਰ ਤੋਂ ਕਤਰਾਉਣਾ ਸ਼ੁਰੂ ਕਰ ਦਿੱਤਾ ਸੀ। ਮੈਂ ਉਸ ਨਾਲ ਗੱਲਬਾਤ ਬਿਲਕੁਲ ਬੰਦ ਕਰ ਦਿੱਤੀ ਸੀ। ਜਿੱਥੇ ਉਹ ਹੁੰਦਾ ਮੈਂ ਉੱਥੋਂ ਉੱਠ ਕੇ ਕਿਤੇ ਹੋਰ ਚਲੇ ਜਾਂਦੀ। 2-3 ਦਿਨ ਤਾਂ ਉਹ ਮੇਰੇ ਬਦਲੇ ਹੋਏ ਰਵੱਈਏ ਨੂੰ ਦੇਖਦਾ ਰਿਹਾ। ਫਿਰ ਚੌਥੇ ਦਿਨ ਉਹ ਮੈਨੂੰ ਕਹਿਣ ਲੱਗਿਆ ਕਿ ਤੁਹਾਨੂੰ ਕੀ ਪਰੇਸ਼ਾਨੀ ਹੈ, ਮੈਂ ਜਿੱਥੇ ਬੈਠਦਾ ਹਾਂ ਤੁਸੀਂ ਉੱਠ ਕੇ ਚਲੇ ਜਾਂਦੇ ਹੋ। ਮੈਂ ਕਿਹਾ ਕਿ ਤੂੰ ਝੂਠਾ ਏਂ, ਤੇਰੀ ਵਜ੍ਹਾ ਦੇ ਨਾਲ ਤੇਰਾ ਭਰਾ ਮੇਰੇ ਨਾਲ ਗੁੱਸੇ ਹੋ ਗਿਆ ਹੈ। ਤੂੰ ਝੂਠ ਕਿਉਂ ਬੋਲਿਆ ਸੀ ਕਿ ਤੂੰ 1 ਘੰਟੇ ਤੋਂ ਬੈਠਾ ਮੇਰੇ ਨਾਲ ਗੱਲਾਂ ਕਰ ਰਿਹਾ ਸੀ। ਉਹ ਕਹਿਣ ਲੱਗਿਆ ਕਿ ਮੈਂ ਤਾਂ ਐਵੇਂ ਹੀ ਮਜ਼ਾਕ ਨਾਲ ਕਿਹਾ ਸੀ। ਭਾਈ ਦੀ ਤਾਂ ਆਦਤ ਹੈ, ਉਹ ਬਹੁਤ ਹੀ ਸ਼ੱਕੀ ਕਿਸਮ ਦਾ ਇਨਸਾਨ ਹੈ, ਉਸ ਨੂੰ ਸ਼ੱਕ ਕਰਨ ਦੀ ਆਦਤ ਹੈ। ਬੜੇ ਗਲਤ ਬੰਦੇ ਨਾਲ ਤੁਹਾਡਾ ਵਿਆਹ ਹੋਇਆ ਹੈ, ਮੈਨੂੰ ਤਾਂ ਤੁਹਾਡੇ 'ਤੇ ਤਰਸ ਆ ਰਿਹਾ ਹੈ। ਦਿਓਰ ਦੀ ਗੱਲ ਸੁਣ ਕੇ ਮੈਂ ਥੋੜ੍ਹੀ ਬੇਚੈਨ ਜਿਹੀ ਹੋ ਗਈ ਸੀ। ਕੁਝ ਮੇਰੇ ਪਤੀ ਦਾ ਰਵੱਈਆ ਵੀ ਮੇਰੇ ਨਾਲ ਅਜਿਹਾ ਹੀ ਸੀ, ਪਰ ਮੈਂ ਕਿਹਾ ਕਿ ਅਜਿਹੀ ਗੱਲ ਨਹੀਂ ਹੈ। ਰਾਹੁਲ ਬਹੁਤ ਚੰਗੇ ਹਨ, ਬਿਹਤਰ ਇਹੀ ਹੋਵੇਗਾ ਕਿ ਤੂੰ ਮੇਰੇ ਤੋਂ ਦੂਰ ਹੀ ਰਹੀਂ। ਉਸਨੇ ਮੇਰੀ ਗੱਲ 'ਤੇ ਆਪਣਾ ਮੂੰਹ ਬਣਾਇਆ ਤੇ ਫਿਰ ਉੱਥੋਂ ਚਲਾ ਗਿਆ। ਫਿਰ ਮੈਂ ਚੈਨ ਦਾ ਸਾਹ ਲਿਆ ਕਿ ਚਲੋ ਉਸ ਨੂੰ ਗੱਲ ਤਾਂ ਸਮਝ ਆ ਗਈ। ਫਿਰ ਮੇਰੇ ਦਿਲ ਵਿੱਚ ਇਹ ਵੀ ਆਉਣ ਲੱਗਿਆ ਕਿ ਜੇ ਮੇਰਾ ਪਤੀ ਸ਼ੱਕੀ ਕਿਸਮ ਦਾ ਹੈ ਤਾਂ ਮੈਨੂੰ ਹੋਰ ਵੀ ਇਤਿਹਾਤ ਵਰਤਣੀ ਚਾਹੀਦੀ ਹੈ। ਪਰ ਮੇਰਾ ਦਿਲ ਇਸ ਗੱਲ ਨੂੰ ਮੰਨਣ ਲਈ ਤਿਆਰ ਹੀ ਨਹੀਂ ਸੀ, ਕਿਉਂਕਿ ਉਸਨੇ ਪਹਿਲਾਂ ਮੇਰੇ ਨਾਲ ਅਜਿਹਾ ਵਿਵਹਾਰ ਕੀਤਾ ਹੀ ਨਹੀਂ ਸੀ। ਮੇਰੇ ਵਿਆਹ ਨੂੰ 3 ਮਹੀਨੇ ਹੋ ਗਏ ਸਨ, ਪਰ ਇਹਨਾਂ 3 ਮਹੀਨਿਆਂ ਵਿੱਚ ਮੈਨੂੰ ਕਦੇ ਮਹਿਸੂਸ ਹੀ ਨਹੀਂ ਹੋਇਆ ਸੀ ਕਿ ਮੇਰਾ ਪਤੀ ਸ਼ੱਕੀ ਕਿਸਮ ਦਾ ਇਨਸਾਨ ਹੈ। ਪਰ ਪਿਛਲੇ ਕੁਝ ਦਿਨਾਂ ਤੋਂ ਉਹ ਮੈਨੂੰ ਅਜੀਬ ਜਿਹੀ ਗੁੱਸੇ ਵਾਲੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ। ਬਾਰ-ਬਾਰ ਮੈਨੂੰ ਦਿਓਰ ਦੇ ਬਾਰੇ ਸਵਾਲ ਪੁੱਛਦੇ। ਕਦੇ ਕਹਿੰਦੇ ਕਿ ਤੂੰ ਗੇਟ ਦੇ ਕੋਲ ਖੜੀ ਤਾਂ ਨਹੀਂ ਹੁੰਦੀ, ਜੇ ਕੋਈ ਆਉਂਦਾ ਹੈ ਤਾਂ ਦਰਵਾਜ਼ਾ ਤੂੰ ਤਾਂ ਨਹੀਂ ਖੋਲ੍ਹਦੀ। ਮੈਂ ਕਿਹਾ ਨਹੀਂ, ਦਰਵਾਜ਼ਾ ਤਾਂ ਤੁਹਾਡੀ ਮਾਂ ਹੀ ਖੋਲ੍ਹਦੀ ਹੈ। ਉਹ ਕਹਿਣ ਲੱਗੇ ਕਿ ਠੀਕ ਹੈ, ਦੇਖ ਬਾਹਰਲੇ ਦਰਵਾਜ਼ੇ ਦੇ ਕੋਲ ਨਹੀਂ ਜਾਣਾ ਤੂੰ, ਬਹੁਤ ਅਵਾਰਾ ਮੁੰਡੇ ਹਨ ਸਾਡੇ ਮੁਹੱਲੇ ਦੇ। ਆਪਣੇ ਪਤੀ ਦੀ ਇਹ ਗੱਲ ਸੁਣ ਕੇ ਮੈਨੂੰ ਵੀ ਇਹੀ ਲੱਗਣ ਲੱਗਿਆ ਸੀ ਕਿ ਸ਼ਾਇਦ ਮੇਰਾ ਪਤੀ ਸ਼ੱਕੀ ਹੈ। ਮੈਂ ਹਰ ਉਸ ਕੰਮ ਤੋਂ ਬਚਦੀ ਜਿਸ ਨਾਲ ਕਿ ਮੇਰਾ ਪਤੀ ਮੇਰੇ 'ਤੇ ਸ਼ੱਕ ਨਾ ਕਰੇ ਤੇ ਮੇਰੇ ਨਾਲ ਗੁੱਸੇ ਨਾ ਹੋਵੇ। ਪਰ ਇੱਕ ਵਾਰ ਅਜਿਹਾ ਹੋਇਆ ਜਿਸ ਨਾਲ ਕਿ ਸਭ ਕੁਝ ਬਰਬਾਦ ਹੋ ਗਿਆ। ਮੇਰੀ ਸੱਸ ਕਹਿਣ ਲੱਗੀ ਕਿ ਉਹ ਕੁਝ ਦਿਨਾਂ ਦੇ ਲਈ ਜਲੰਧਰ ਜਾ ਰਹੀ ਹੈ ਆਪਣੇ ਭਰਾ ਦੇ ਘਰ, ਕਿਉਂਕਿ ਉਸ ਦਾ ਭਰਾ ਬਹੁਤ ਬਿਮਾਰ ਹੈ। ਮੇਰਾ ਦਿਓਰ ਹੀ ਮੇਰੀ ਸੱਸ ਨੂੰ ਜਲੰਧਰ ਛੱਡਣ ਗਿਆ ਸੀ। ਮੈਨੂੰ ਤਾਂ ਲੱਗ ਰਿਹਾ ਸੀ ਕਿ ਉਹ ਵੀ ਮੇਰੀ ਸੱਸ ਦੇ ਨਾਲ ਉੱਥੇ ਹੀ ਰਹਿ ਜਾਵੇਗਾ, ਪਰ ਉਹ ਤਾਂ ਅਗਲੀ ਸਵੇਰ ਵਾਪਸ ਆ ਗਿਆ। ਮੇਰੇ ਪਤੀ ਨੇ ਦਿਓਰ ਨੂੰ ਕਿਹਾ ਕਿ ਤੂੰ ਵੀ ਮੰਮੀ ਦੇ ਨਾਲ ਉੱਥੇ ਹੀ ਰਹਿ ਜਾਂਦਾ। ਉਹ ਕਹਿਣ ਲੱਗਿਆ ਕਿ ਨਹੀਂ, ਮੈਨੂੰ ਮੇਰੀ ਪੜ੍ਹਾਈ ਵੀ ਕਰਨੀ ਹੈ, ਕਿਉਂਕਿ ਕਾਲਜ ਵਿੱਚ ਅਗਲੇ ਹਫ਼ਤੇ ਮੇਰੇ ਇਗਜ਼ਾਮ ਸ਼ੁਰੂ ਹੋਣ ਵਾਲੇ ਹਨ। ਹੁਣ ਤਾਂ ਮੈਨੂੰ ਵੀ ਪਰੇਸ਼ਾਨੀ ਹੋਣ ਲੱਗੀ ਸੀ, ਕਿਉਂਕਿ ਮੇਰਾ ਦਿਓਰ ਕਾਲਜ ਤੋਂ ਦੁਪਹਿਰ ਨੂੰ ਵਾਪਸ ਆ ਜਾਂਦਾ ਸੀ ਤੇ ਮੇਰਾ ਪਤੀ ਰਾਤ ਨੂੰ ਆਉਂਦਾ ਸੀ, ਤਾਂ ਰਾਤ ਤੱਕ ਮੇਰਾ ਦਿਓਰ ਘਰ ਹੀ ਰਹਿੰਦਾ ਸੀ, ਉਹ ਕਿਤੇ ਨਹੀਂ ਜਾਂਦਾ ਸੀ ਤੇ ਮੇਰੇ ਲਈ ਉਹ ਵਕਤ ਬੜਾ ਹੀ ਪਰੇਸ਼ਾਨੀ ਨਾਲ ਗੁਜ਼ਰ ਰਿਹਾ ਸੀ। ਮੈਂ ਸਾਰਾ ਦਿਨ ਆਪਣੇ ਕਮਰੇ ਵਿੱਚ ਕਮਰੇ ਨੂੰ ਲੌਕ ਲਗਾ ਕੇ ਬੈਠੀ ਰਹਿੰਦੀ, ਇਹੀ ਇੰਤਜ਼ਾਰ ਕਰਦੀ ਰਹਿੰਦੀ ਕਿ ਕਦੋਂ ਬਾਹਰ ਜਾਵੇ ਤੇ ਮੈਂ ਰਸੋਈ ਦਾ ਕੰਮ ਖਤਮ ਕਰ ਲਵਾਂ। ਜਦ ਉਹ ਕਾਲਜ ਵਿੱਚ ਹੁੰਦਾ ਤਾਂ ਮੈਂ ਰਸੋਈ ਦਾ ਕੰਮ ਨਿਪਟਾ ਕੇ
ਖਾਣਾ ਵਗੈਰਾ ਬਣਾ ਕੇ ਆਪਣੇ ਕਮਰੇ ਵਿੱਚ ਜਾ ਕੇ ਬੈਠ ਜਾਂਦੀ। ਪਰ ਰਾਤ ਦਾ ਖਾਣਾ ਤਾਂ ਮੈਨੂੰ ਮੇਰੇ ਪਤੀ ਦੇ ਆਉਣ ਤੋਂ ਪਹਿਲਾਂ ਹੀ ਬਣਾਉਣਾ ਹੁੰਦਾ ਸੀ ਤੇ ਮੈਂ ਚਾਹੁੰਦੀ ਸੀ ਕਿ ਉਸ ਵਕਤ ਦਿਓਰ ਕਿਤੇ ਚਲਾ ਜਾਵੇ, ਪਰ ਉਸ ਨੂੰ ਨਹੀਂ ਕਹਿ ਸਕਦੀ ਸੀ। ਜਿਵੇਂ ਹੀ ਉਹ ਘਰ ਤੋਂ ਬਾਹਰ ਜਾਂਦਾ ਤੇ ਮੈਨੂੰ ਦਰਵਾਜ਼ੇ ਦੇ ਬੰਦ ਹੋਣ ਦੀ ਆਵਾਜ਼ ਆਉਂਦੀ ਤਾਂ ਮੈਂ ਆਪਣੇ ਕਮਰੇ ਵਿੱਚੋਂ ਬਾਹਰ ਨਿਕਲਦੀ, ਜਲਦੀ ਨਾਲ ਰਸੋਈ ਵਿੱਚ ਜਾ ਕੇ ਰੋਟੀ ਬਣਾ ਕੇ ਫਿਰ ਉਸ ਦੇ ਆਉਣ ਤੋਂ ਪਹਿਲਾਂ ਆਪਣੇ ਕਮਰੇ ਵਿੱਚ ਆ ਜਾਂਦੀ। ਜਦ ਮੇਰਾ ਪਤੀ ਘਰ ਆਉਂਦਾ ਤਾਂ ਹੀ ਮੈਂ ਕਮਰੇ ਵਿੱਚੋਂ ਬਾਹਰ ਨਿਕਲਦੀ ਸੀ। ਖਾਣਾ ਖਾਂਦੇ ਵਕਤ ਵੀ ਮੇਰਾ ਦਿਓਰ ਮੇਰੇ ਵੱਲ ਹੀ ਦੇਖੀ ਜਾਂਦਾ, ਜਿਵੇਂ ਕੁਝ ਕਹਿਣਾ ਚਾਹੁੰਦਾ ਹੋਵੇ। ਮੇਰੀ ਕੋਸ਼ਿਸ਼ ਸੀ ਕਿ ਜਲਦ ਤੋਂ ਜਲਦ ਇਹ ਦਿਨ ਗੁਜ਼ਰਨ ਤੇ ਮੇਰੀ ਸੱਸ ਵਾਪਸ ਆ ਜਾਵੇ, ਕਿਉਂਕਿ ਹਰ ਵਕਤ ਕਮਰੇ ਵਿੱਚ ਹੀ ਬੰਦ ਰਹਿਣਾ ਮੈਨੂੰ ਘੁੱਟਣ ਜਿਹੀ ਵੀ ਹੁੰਦੀ ਸੀ। ਦੂਜਾ, ਮੇਰਾ ਦਿਓਰ ਵੀ ਇੱਕ ਬੇਸ਼ਰਮ ਕਿਸਮ ਦਾ ਸੀ, ਜਿਹੜਾ ਕਿ ਇੱਕਦਮ ਮੇਰੇ ਕਮਰੇ ਵਿੱਚ ਆ ਸਕਦਾ ਸੀ। ਮੇਰਾ ਇਹ ਵਕਤ ਬਹੁਤ ਮੁਸ਼ਕਲ ਨਾਲ ਗੁਜ਼ਰ ਰਿਹਾ ਸੀ। ਮੈਂ ਸਮਝ ਨਹੀਂ ਪਾ ਰਹੀ ਸੀ ਕਿ ਵਕਤ ਕਿਵੇਂ ਗੁਜ਼ਰੇਗਾ। ਅਜੇ ਇਹ ਸੋਚ ਹੀ ਰਹੀ ਸੀ ਕਿ ਮੇਰੀ ਸੱਸ ਦਾ ਫੋਨ ਆ ਗਿਆ। ਉਹਨਾਂ ਦੇ ਭਰਾ ਦੀ ਤਬੀਅਤ ਹੋਰ ਵੀ ਜ਼ਿਆਦਾ ਖਰਾਬ ਹੋ ਗਈ ਸੀ, ਇਸ ਲਈ ਹੋ ਸਕਦਾ ਹੈ ਕਿ ਉਹਨਾਂ ਨੂੰ 1 ਮਹੀਨਾ ਹੋਰ ਉੱਥੇ ਹੀ ਲਾਉਣਾ ਪਵੇ। ਇਹ ਸੁਣ ਕੇ ਤਾਂ ਮੇਰੀ ਚਿੰਤਾ ਹੋਰ ਵੀ ਜ਼ਿਆਦਾ ਵੱਧ ਗਈ ਸੀ। ਜੇ ਪਤੀ ਘਰ ਆਉਂਦਾ ਤਾਂ ਹਰ ਵਕਤ ਸਵਾਲ ਜਵਾਬ ਕਰਦਾ ਰਹਿੰਦਾ ਕਿ ਦਿਓਰ ਕਾਲਜ ਤੋਂ ਘਰ ਆਉਂਦਾ ਹੈ ਤਾਂ ਕੀ ਕਰਦਾ ਹੈ, ਉਹ ਕਿਤੇ ਜਾਂਦਾ ਹੈ ਜਾਂ ਨਹੀਂ, ਜਾਂ ਫਿਰ ਘਰ ਪਰ ਹੀ ਬੈਠਾ ਰਹਿੰਦਾ ਹੈ। ਮੈਂ ਕਿਹਾ, ਮੈਨੂੰ ਨਹੀਂ ਪਤਾ, ਮੈਂ ਤਾਂ ਆਪਣੇ ਕਮਰੇ ਵਿੱਚ ਹੁੰਦੀ ਹਾਂ। ਤਾਂ ਮੇਰਾ ਪਤੀ ਕਹਿਣ ਲੱਗਿਆ ਕਿ ਤੈਨੂੰ ਸਭ ਕੁਝ ਪਤਾ ਹੈ, ਤੂੰ 24 ਘੰਟੇ ਕਮਰੇ ਵਿੱਚ ਥੋੜੀ ਨਾ ਬੈਠੀ ਰਹਿੰਦੀ ਹੈ। ਮੈਂ ਕਿਹਾ, ਰਾਹੁਲ, ਤੁਸੀਂ ਮੇਰੇ ਨਾਲ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ? ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਇੱਕ ਵਾਰ ਮੈਨੂੰ ਸਭ ਦੱਸ ਦਿਓ। ਮੈਂ ਆਪਣੇ ਪਤੀ ਦੀਆਂ ਸ਼ੱਕ ਭਰੀਆਂ ਗੱਲਾਂ ਤੋਂ ਤੰਗ ਆ ਚੁੱਕੀ ਸੀ। ਕਹਿਣ ਲੱਗਿਆ, ਮੈਂ ਦੱਸ ਦਵਾਂਗਾ। ਫਿਰ ਮੇਰੇ ਕੋਲ ਆ ਕੇ ਕਹਿਣ ਲੱਗਿਆ ਕਿ ਮੈਨੂੰ ਸ਼ੱਕ ਕਰਨ ਦੀ ਆਦਤ ਨਹੀਂ ਹੈ, ਪਰ ਜੇ ਮੈਨੂੰ ਕੋਈ ਐਸੀ ਵੈਸੀ ਗੱਲ ਪਤਾ ਲੱਗੀ ਤਾਂ ਮੈਂ ਬਹੁਤ ਸਖਤ ਕਿਸਮ ਦਾ ਇਨਸਾਨ ਹਾਂ, ਬਹੁਤ ਬੁਰੇ ਤਰੀਕੇ ਨਾਲ ਪੇਸ਼ ਆਵਾਂਗਾ। ਆਪਣੇ ਪਤੀ ਦੀ ਗੱਲ ਸੁਣ ਕੇ ਮੇਰੀ ਤਾਂ ਜਿਵੇਂ ਜਾਨ ਹੀ ਨਿਕਲ ਗਈ ਸੀ। ਇਹਨਾਂ ਗੱਲਾਂ ਨਾਲ ਮੈਂ ਬਹੁਤ ਪਰੇਸ਼ਾਨ ਹੋ ਗਈ ਸੀ। ਇੱਕ ਵਾਰ ਮੇਰਾ ਦਿਓਰ ਜਦ ਘਰ ਆਇਆ ਤਾਂ ਉਹ ਬਹੁਤ ਹੀ ਹੱਫਿਆ ਹੋਇਆ ਸੀ, ਵਾਰ-ਵਾਰ ਆਪਣਾ ਪਸੀਨਾ ਪੂੰਝ ਰਿਹਾ ਸੀ। ਮੈਨੂੰ ਕਹਿਣ ਲੱਗਿਆ ਕਿ ਭਾਬੀ, ਰੱਬ ਦੇ ਵਾਸਤੇ ਮੈਨੂੰ ਆਪਣੇ ਕਮਰੇ ਵਿੱਚ ਲੁਕੋ ਲਵੋ। ਮੈਂ ਕਿਹਾ, ਅਜਿਹਾ ਵੀ ਕੀ ਹੋਇਆ ਹੈ? ਕਹਿਣ ਲੱਗਿਆ ਕਿ ਦੱਸਣ ਦਾ ਵਕਤ ਨਹੀਂ ਹੈ, ਬਸ ਮੈਨੂੰ ਆਪਣੇ ਕਮਰੇ ਵਿੱਚ ਛੁਪਾ ਲਵੋ। ਜਿਸ ਤਰ੍ਹਾਂ ਉਹ ਪਰੇਸ਼ਾਨ ਲੱਗ ਰਿਹਾ ਸੀ, ਪਤਾ ਨਹੀਂ ਉਸਨੂੰ ਕੀ ਹੋਇਆ ਸੀ। ਮੈਂ ਉਸਨੂੰ ਕਿਹਾ ਕਿ ਠੀਕ ਹੈ, ਤੂੰ ਮੇਰੇ ਕਮਰੇ ਵਿੱਚ ਲੁਕ ਜਾ। ਮੈਂ ਫਿਰ ਰਸੋਈ ਵਿੱਚ ਆ ਗਈ ਤੇ ਸੋਚਣ ਲੱਗੀ ਕਿ ਅਜਿਹਾ ਕੀ ਹੋਇਆ ਹੈ ਕਿ ਇਹ ਇੰਨਾ ਪਰੇਸ਼ਾਨ ਹੈ, ਇਹ ਕੀ ਕਰਕੇ ਆਇਆ ਹੈ। ਮੇਰੇ ਦਿਓਰ ਨੂੰ ਆਏ ਹੋਏ ਨੂੰ 1 ਘੰਟਾ ਹੋ ਚੁੱਕਿਆ ਸੀ। ਨਾ ਤਾਂ ਉਹ ਕਮਰੇ 'ਚੋਂ ਬਾਹਰ ਆਇਆ ਸੀ ਤੇ ਨਾ ਹੀ ਮੈਨੂੰ ਕਿਸੇ ਗੱਲ ਦਾ ਪਤਾ ਚੱਲਿਆ। ਅਚਾਨਕ ਹੀ ਦਰਵਾਜ਼ੇ 'ਤੇ ਦਸਤਕ ਹੋਈ। ਸ਼ਾਮ ਦੇ 5 ਵਜੇ ਸਨ। ਸਾਡੇ ਘਰ ਤਾਂ ਕੋਈ ਆਉਂਦਾ ਜਾਂਦਾ ਵੀ ਨਹੀਂ ਸੀ। ਇਸ ਵਕਤ ਕੌਣ ਆਇਆ ਸੀ? ਮੇਰੇ ਪਤੀ ਤਾਂ ਰਾਤ ਦੇ 9 ਵਜੇ ਆਉਂਦੇ ਸਨ। ਮੈਂ ਪੁੱਛਿਆ, ਕੌਣ ਹੈ? ਤਾਂ ਮੇਰਾ ਪਤੀ ਕਹਿਣ ਲੱਗਿਆ ਕਿ ਦਰਵਾਜ਼ਾ ਖੋਲ੍ਹ। ਉਹ ਬਹੁਤ ਹੀ ਗੁੱਸੇ ਵਿੱਚ ਲੱਗ ਰਹੇ ਸਨ। ਮੈਂ ਦਰਵਾਜ਼ਾ ਖੋਲ੍ਹਿਆ। ਉਹ ਗੁੱਸੇ ਨਾਲ ਅੰਦਰ ਗਏ ਤੇ ਪੂਰੇ ਘਰ ਦੀ ਤਲਾਸ਼ੀ ਕਰਨ ਲੱਗੇ। ਮੈਂ ਕਿਹਾ, ਰਾਹੁਲ, ਕੀ ਦੇਖ ਰਹੇ ਹੋ? ਕਹਿੰਦਾ, ਹੁਣੇ ਦੱਸਦਾ ਹਾਂ। ਮੈਨੂੰ ਕੁਝ ਸਮਝ ਨਹੀਂ ਆ ਰਹੀ ਸੀ ਕਿ ਉਹ ਇੰਨੇ ਗੁੱਸੇ ਵਿੱਚ ਕਿਉਂ ਹਨ। ਉਹਨਾਂ ਨੇ ਜਦ ਸਾਰੇ ਕਮਰਿਆਂ ਦੀ ਤਲਾਸ਼ੀ ਲਈ ਤੇ ਫਿਰ ਮੇਰੇ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਮੇਰੇ ਦਿਓਰ ਦਾ ਗਲਾ ਫੜ ਕੇ ਬਾਹਰ ਲੈ ਆਏ ਤੇ ਜ਼ਮੀਨ 'ਤੇ ਪਟਕ ਦਿੱਤਾ ਤੇ ਕਹਿਣ ਲੱਗੇ ਕਿ ਦੇਖ, ਉਹੀ ਹੋਇਆ ਜਿਸ ਦਾ ਮੈਨੂੰ ਸ਼ੱਕ ਸੀ। ਇਹ ਤੇਰੇ ਕਮਰੇ ਵਿੱਚ ਕੀ ਕਰ ਰਿਹਾ ਸੀ ਜਦ ਇਸ ਦਾ ਆਪਣਾ ਕਮਰਾ ਹੈ? ਮੈਂ ਕਿਹਾ, ਮੈਨੂੰ ਨਹੀਂ ਪਤਾ, ਇਹ ਤਾਂ 1 ਘੰਟਾ ਪਹਿਲਾਂ ਆਇਆ ਸੀ ਤੇ ਬਹੁਤ ਪਰੇਸ਼ਾਨ ਸੀ। ਕਹਿਣ ਲੱਗਿਆ ਕਿ ਮੈਨੂੰ ਆਪਣੇ ਕਮਰੇ ਵਿੱਚ ਛੁਪਾ ਲਵੋ। ਤਾਂ ਮੈਂ ਇਸ ਨੂੰ ਆਪਣੇ ਕਮਰੇ ਵਿੱਚ ਛੁਪਾ ਲਿਆ। ਮੈਂ ਤਾਂ ਕਦ ਤੋਂ ਰਸੋਈ ਵਿੱਚ ਕੰਮ ਕਰ ਰਹੀ ਹਾਂ। ਮੇਰੀ ਗੱਲ ਅਜੇ ਮੂੰਹ ਵਿੱਚ ਹੀ ਸੀ ਕਿ ਮੇਰੇ ਪਤੀ ਨੇ ਮੇਰੇ ਮੂੰਹ 'ਤੇ 1 ਥੱਪੜ ਮਾਰਿਆ। ਕਹਿਣ ਲੱਗੇ ਕਿ ਤੂੰ ਝੂਠ ਬੋਲ ਰਹੀ ਹੈ, ਤੂੰ ਉਸਨੂੰ ਹਰ ਵਕਤ ਆਪਣੇ ਕਮਰੇ ਵਿੱਚ ਬਿਠਾ ਕੇ ਰੱਖਦੀ ਹੈ, ਪਤਾ ਨਹੀਂ ਕੀ ਕਰਦੀ ਹੈ। ਮੈਂ ਹੁਣ ਤੈਨੂੰ ਆਪਣੇ ਘਰ ਵਿੱਚ ਨਹੀਂ ਰੱਖ ਸਕਦਾ। ਚੱਲ ਨਿਕਲ ਮੇਰੇ ਘਰ ਤੋਂ ਬਾਹਰ। ਰਾਹੁਲ ਦੀ ਗੱਲ ਸੁਣ ਕੇ ਮੇਰੇ ਹੋਸ਼ ਉੱਡ ਗਏ। ਮੈਂ ਕਿਹਾ ਕਿ ਅਜਿਹਾ ਕੁਝ ਨਹੀਂ ਹੈ, ਮੈਂ ਸੱਚ ਬੋਲ ਰਹੀ ਹਾਂ। ਮੈਂ ਆਪਣੇ ਦਿਓਰ ਨੂੰ ਕਿਹਾ ਕਿ ਤੂੰ ਦੱਸ ਕਿ ਕੀ ਗੱਲ ਸੀ, ਤੂੰ ਇੱਥੇ ਕਿਉਂ ਆਇਆ ਸੀ? ਉਹ ਮੁਸਕਰਾਉਣ ਲੱਗਿਆ ਤੇ ਕਹਿਣ ਲੱਗਿਆ ਕਿ ਮੈਂ ਕੀ ਦੱਸਾਂ ਭਾਬੀ, ਜੋ ਸੱਚ ਹੈ ਉਹ ਸਭ ਕੁਝ ਭਾਈ ਨੇ ਦੇਖ ਹੀ ਲਿਆ ਹੈ, ਹੁਣ ਲੁਕਾਉਣ ਦਾ ਕੀ ਫਾਇਦਾ। ਇਸ ਵਾਰ ਵੀ ਉਸਨੇ ਮੈਨੂੰ ਧੋਖਾ ਹੀ ਦਿੱਤਾ ਸੀ ਤੇ ਝੂਠ ਬੋਲਿਆ। ਫਿਰ ਤਾਂ ਮੇਰੇ ਪਤੀ ਨੇ ਮੈਨੂੰ ਧੱਕੇ ਦੇ ਕੇ ਘਰ ਤੋਂ ਬਾਹਰ ਕੱਢ ਦਿੱਤਾ। ਮੈਂ ਰੋਂਦੇ ਰੋਂਦੇ ਆਪਣੇ ਪੇਕੇ ਘਰ ਪਹੁੰਚ ਗਈ। ਅਗਲੇ ਦਿਨ ਮੈਨੂੰ ਮੇਰੇ ਪਤੀ ਨੇ ਫੋਨ ਕੀਤਾ ਤੇ ਕਿਹਾ ਕਿ ਮੈਂ ਤਲਾਕ ਦੇ ਕਾਗਜ਼ ਤੈਨੂੰ ਬਹੁਤ ਜਲਦ ਭੇਜ ਦੇਵਾਂਗਾ। ਮੈਂ ਉਸਦੀਆਂ ਬਹੁਤ ਮਿੰਨਤਾਂ ਕੀਤੀਆਂ ਪਰ ਉਹ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਸੀ।
2 ਮਹੀਨੇ ਗੁਜ਼ਰ ਗਏ ਸਨ। ਨਾ ਤਾਂ ਮੈਨੂੰ ਰਾਹੁਲ ਨੇ ਤਲਾਕ ਦਿੱਤਾ ਤੇ ਨਾ ਹੀ ਮੇਰੇ ਨਾਲ ਕੋਈ ਰਿਸ਼ਤਾ ਰੱਖਿਆ ਸੀ। 3 ਮਹੀਨੇ ਬਾਅਦ ਰਾਹੁਲ ਮੈਨੂੰ ਲੈਣ ਆਏ। ਮੇਰੀ ਸੱਸ ਉਹਨਾਂ ਦੇ ਨਾਲ ਸੀ। ਉਹ ਬਹੁਤ ਸ਼ਰਮਿੰਦਾ ਸੀ। ਉਹ ਕਹਿਣ ਲੱਗੀ ਕਿ ਮੈਂ ਕੁਝ ਦਿਨ ਪਹਿਲਾਂ ਹੀ ਆਈ ਹਾਂ ਤੇ ਜਦੋਂ ਮੈਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਮੈਂ ਰਾਹੁਲ ਨੂੰ ਬਹੁਤ ਡਾਂਟਿਆ। ਮੈਂ ਤੇਰੇ ਤੋਂ ਬਹੁਤ ਸ਼ਰਮਿੰਦਾ ਹਾਂ। ਮੈਂ ਨਹੀਂ ਜਾਣਦੀ ਸੀ ਕਿ ਰਾਹੁਲ ਅਜਿਹਾ ਕਦਮ ਵੀ ਚੁੱਕ ਸਕਦਾ ਹੈ। ਅਸਲ ਵਿੱਚ ਉਸ ਨੂੰ ਸ਼ੁਰੂ ਤੋਂ ਹੀ ਸ਼ੱਕ ਕਰਨ ਦੀ ਆਦਤ ਹੈ ਤੇ ਮੇਰਾ ਛੋਟਾ ਬੇਟਾ ਮਜ਼ਾਕੀ ਕਿਸਮ ਦਾ ਹੈ। ਇਸੇ ਲਈ ਸ਼ੱਕ ਦਾ ਇਲਾਜ ਕਰਨ ਲਈ ਉਸਨੇ ਆਪਣੇ ਭਾਈ ਦੇ ਸਾਹਮਣੇ ਜਾਣਬੁੱਝ ਕੇ ਤੇਰੇ ਨਾਲ ਅਜਿਹਾ ਵਿਵਹਾਰ ਕੀਤਾ ਤਾਂ ਕਿ ਰਾਹੁਲ ਨੂੰ ਅਹਿਸਾਸ ਹੋ ਸਕੇ ਕਿ ਸ਼ੱਕ ਕਰਨ ਦਾ ਕੀ ਨਤੀਜਾ ਨਿਕਲਦਾ ਹੈ। ਜਦ ਰਾਹੁਲ ਨੇ ਤੈਨੂੰ ਘਰ ਤੋਂ ਕੱਢ ਦਿੱਤਾ ਤਾਂ ਉਸ ਨੂੰ ਇਹ ਅਹਿਸਾਸ ਹੋ ਗਿਆ। ਇਹਨਾਂ ਮਹੀਨਿਆਂ ਵਿੱਚ ਉਸ ਨੂੰ ਚੰਗੀ ਤਰ੍ਹਾਂ ਅਹਿਸਾਸ ਹੋ ਗਿਆ ਕਿ ਉਹ ਤੇਰੇ ਬਿਨਾਂ ਨਹੀਂ ਰਹਿ ਸਕਦਾ। ਮੇਰੇ ਛੋਟੇ ਬੇਟੇ ਨੇ ਆਪਣੇ ਭਰਾ ਨੂੰ ਕਿਹਾ ਕਿ ਤੁਹਾਨੂੰ ਜਿਸ ਤਰ੍ਹਾਂ ਕਰਨ ਦੀ ਆਦਤ ਹੈ ਇਸ ਤਰ੍ਹਾਂ ਤਾਂ ਤੁਸੀਂ ਭਾਬੀ ਦੀ ਜ਼ਿੰਦਗੀ ਨੂੰ ਖਰਾਬ ਕਰ ਦੇਵੋਗੇ। ਮੈਂ ਭਾਬੀ ਦੇ ਨਾਲ ਜਾਣਬੁੱਝ ਕੇ ਤੁਹਾਡੇ ਸਾਹਮਣੇ ਅਜਿਹਾ ਵਿਵਹਾਰ ਕਰਦਾ ਸੀ। ਇਹ ਦੇਖਣਾ ਚਾਹੁੰਦਾ ਸੀ ਕਿ ਤੁਸੀਂ ਆਪਣੇ ਵਿਆਹੁਤਾ ਜੀਵਨ ਨੂੰ ਕਿੰਨੀ ਚੰਗੀ ਤਰ੍ਹਾਂ ਰੱਖ ਸਕਦੇ ਹੋ, ਪਰ ਤੁਸੀਂ ਤਾਂ ਉਸ ਨੂੰ ਇੱਕ ਕੱਚੀ ਡੋਰ ਦੀ ਤਰ੍ਹਾਂ ਸਮਝਿਆ। ਮੈਂ ਤੁਹਾਨੂੰ ਅਹਿਸਾਸ ਦਿਲਾਉਣਾ ਚਾਹੁੰਦਾ ਸੀ ਕਿ ਰਿਸ਼ਤੇ ਕਿੰਨੇ ਅਨਮੋਲ ਹੁੰਦੇ ਹਨ। ਰਾਹੁਲ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ, ਇਸੇ ਲਈ ਮੈਨੂੰ ਲੈ ਕੇ ਆਇਆ ਹੈ। ਹੁਣ ਇਹ ਤੇਰੇ ਤੇ ਕਦੇ ਸ਼ੱਕ ਨਹੀਂ ਕਰੇਗਾ। ਮੇਰੇ ਦਿਓਰ ਨੇ ਜੋ ਕੁਝ ਵੀ ਕੀਤਾ ਉਹ ਮੇਰੇ ਭਲੇ ਲਈ ਹੀ ਕੀਤਾ ਤਾਂ ਕਿ ਉਸਦੇ ਭਰਾ ਨੂੰ ਅਹਿਸਾਸ ਹੋ ਸਕੇ ਕਿ ਜੇ ਉਹ ਮੈਨੂੰ ਕਿਸੇ ਨਾਲ ਗੱਲਬਾਤ ਕਰਦੇ ਨੂੰ ਦੇਖ ਲਵੇ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਗਲਤ ਔਰਤ ਹਾਂ। ਸ਼ੱਕ ਜ਼ਿੰਦਗੀ ਨੂੰ ਤਬਾਹ ਕਰਕੇ ਰੱਖ ਦਿੰਦਾ ਹੈ। ਪਤੀ ਪਤਨੀ ਦਾ ਰਿਸ਼ਤਾ ਇੱਕ ਅਨਮੋਲ ਰਿਸ਼ਤਾ ਹੈ। ਜੇ ਇਸ ਰਿਸ਼ਤੇ ਵਿੱਚ ਵਿਸ਼ਵਾਸ ਤੇ ਭਰੋਸਾ ਹੁੰਦਾ ਹੈ ਤਾਂ ਜ਼ਿੰਦਗੀ ਵਧੀਆ ਗੁਜ਼ਰਦੀ ਹੈ। ਤਾਂ ਦੋਸਤੋ, ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ।